ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਔਰ ਝੋਨੇ ਦੀ ਸਰਕਾਰੀ ਖਰੀਦ ਦੇ ਵਿੱਚ ਦੇਰੀ ਕੀ ਹੋਈ, ਅੰਨਦਾਤਾ ਸੜਕਾਂ ਤੇ ਪਹੁੰਚ ਗਿਆ ਤੇ ਫਿਰ ਸ਼ੁਰੂ ਹੋਇਆ ਬਵਾਲ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਬੈਰੀਕੇਡ ਲਾ ਦਿੱਤੇ, ਪਾਣੀ ਦੀਆਂ ਬੌਛਾਰਾਂ ਛੱਡੀਆਂ, ਪਰ ਕਿਸਾਨ ਨਹੀਂ ਮੰਨੇ। ਪੁਲਿਸ ਨੂੰ ਅੰਨਦਾਤਾ ਨੂੰ ਰੋਕਣ ਦੇ ਲਈ ਲਾਠੀ ਚਾਰਜ ਤੱਕ ਕਰਨਾ ਪਿਆ। ਕਈ ਥਾਵਾਂ ਤੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਝੜਪ ਵੀ ਹੋਈ ਹੈ ਅਤੇ ਆਖਿਰ ਦੇ ਵਿੱਚ ਸਰਕਾਰ ਕਿਸਾਨਾਂ ਦੇ ਅੱਗੇ ਝੁਕ ਗਈ। हरियाणा ਦੇ ਵਿੱਚ ਕਿਸਾਨਾਂ ਦੇ ਕੋਹਰਾਮ ਤੋਂ ਬਾਅਦ ਸਰਕਾਰ ਦੀ ਨੀਂਹ ਹਿੱਲ ਗਈ। ਸੂਬੇ ਦੇ ਮੁੱਖ ਮੰਤਰੀ ਅਤੇ ਡਿਪਟੀ ਸੀਐਮ ਦੋਵੇਂ ਹੀ ਤੁਰੰਤ ਦਿੱਲੀ ਦੇ ਲਈ ਰਵਾਨਾ ਹੋ ਗਏ ਅਤੇ ਫੂਡ ਸਪਲਾਈ ਰਾਜ ਮੰਤਰੀ ਨੂੰ ਮਿਲ ਕੇ ਇਹ ਫੈਸਲਾ ਲੈ ਲਿਆ ਕਿ 3 ਅਕਤੂਬਰ ਯਾਨੀ ਕਿ ਰविवार ਤੋਂ ਹੀ ਸਰਕਾਰੀ ਖਰੀਦ ਸ਼ੁਰੂ ਹੋਵੇਗੀ। ਕਿਸਾਨਾਂ ਦੇ ਅੱਗੇ ਝੁਕੀ ਸਰਕਾਰ, ਦਿੱਲੀ ਦਰਬਾਰ ਪਹੁੰਚੀ ਸਰਕਾਰ। रविवार ਨੂੰ ਹੋਵੇਗੀ ਝੋਨੇ ਦੀ ਖਰੀਦ। अड़ताली घंटिਆਂ ਦੇ ਕੋਹਰਾਮ ਤੋਂ ਬਾਅਦ ਹਰਿਆਣਾ ਸਰਕਾਰ ਆਖਿਰ ਦੇ ਵਿੱਚ ਕਿਸਾਨਾਂ ਦੇ ਅੱਗੇ ਝੁਕ ਗਈ। ਸ਼ੁੱਕਰਵਾਰ ਸਵੇਰੇ ਬਵਾਲ ਹੋਇਆ। ਸ਼ਨੀਵਾਰ ਨੂੰ ਸੂਬੇ ਦੀਆਂ ਸੜਕਾਂ ਤੱਕ ਕਿਸਾਨ ਪਹੁੰਚੇ ਤਾਂ ਸਰਕਾਰ ਦੀ ਨੀਂਦ ਉੱਡ ਗਈ। ਆਵੇ ਤਾਵੇ ਦੇ ਵਿੱਚ ਹਰਿਆਣਾ ਦੇ ਮੁਖੀਆ ਤੇ ਡਿਪਟੀ ਸੀਐਮ ਨੇ ਝੋਨੇ ਦੀ ਖਰੀਦ ਦੇ ਮੁੱਦੇ ਤੇ ਸਮਾਧਾਨ ਕੱਢਣ ਦੀ ਕੋਸ਼ਿਸ਼ ਦੇ ਲਈ ਦਿੱਲੀ ਰਵਾਨਗੀ ਕੀਤੀ ਅਤੇ ਕੇਂਦਰੀ ਰਾਜ ਫੂਡ ਸਪਲਾਈ ਮੰਤਰੀ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਹਰਿਆਣਾ ਤੇ ਪੰਜਾਬ 'ਚ ਝੋਨੇ ਦੀ ਖਰੀਦ ਸ਼ੁਰੂ ਕਰਨ ਤੇ ਸਹਿਮਤੀ ਬਣ ਗਈ। पंजाब में भी खरीदारी तो हो रही है और उसमें कहीं कोई दिक्कत नहीं जी। कल से वहाँ शुरू हो रहा है। कल से दोनों जगह हरियाणा और पंजाब दोनों जगह हम करने जा रहे हैं। सर धान की नमी दोनों जगह का प्रावधान किया था, केवल ऑब्जेक्शन था पंजाब के लिए। हरियाणा और पंजाब दोनों के लिए। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਝੋਨੇ ਦੀ ਸਰਕਾਰੀ ਖਰੀਦ ਨੂੰ ਐਤਵਾਰ ਨੂੰ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਅਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਦਰਸ਼ਨ ਬੰਦ ਕਰ ਦੇਣ। केंद्रीय मंत्रालय ने, हमारे विभाग ने इसको पोस्टपोन करके 11 अक्टूबर ये कर दिया था, लेकिन हम देखते हैं हरियाणा की मंडियों में धान बहुत सा आ चुका है और उसमें प्रोक्योरमेंट के लिए सब किसानों की ओर से भी मांग थी कि इसको जल्दी शुरू किया जाए। हमने केंद्रीय मंत्रालय से, हमारे अश्विनी चौबे जी से आकर के निवेदन किया कि इसको जल्दी से शुरू किया जाए। तो अभी बैठ करके एक निर्णय ये हुआ है कि कल से विधिवत 3 तारीख से 3 अक्टूबर से और ये प्रोक्योरमेंट जो है वो सब जगह शुरू हो जाएगी। सरदार चरणजीत चन्नी जी वो PM ਨੂੰ ਮਿਲਣ ਗਏ 1 ਤਰੀਕ ਨੂੰ। ਉੱਥੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਮੁਤਾਲਬਾ ਰੱਖਿਆ ਵੀ ਇਹ ਪੰਜਾਬ ਦੇ ਕਿਸਾਨੀ ਨਾਲ ਇੱਕ ਹੋਰ ਧੱਕਾ ਆ, ਤੁਸੀਂ ਇਸ ਤਰੀਕੇ ਨਾ ਕਰੋ, ਕਿਉਂਕਿ ਕਾਫੀ ਕਿਸਾਨ ਫਸਲ ਲੈ ਆਏ ਤੇ 10 ਦਿਨ ਫਸਲ ਸਾਂਭਣੀ ਬਹੁਤ ਔਖੀ ਹੈ ਤੇ ਹੋਰ 10 ਦਿਨਾਂ 'ਚ ਜਿਨ੍ਹਾਂ ਨੇ ਆਪਣੀ ਤਿਆਰੀ ਕਰ ਰੱਖੀ ਹੈ ਉਹ ਫਸਲ ਕਿੱਥੇ ਸਾਂਭਣਗੇ। ਜਿੱਥੋਂ ਤਾਈਂ ਮੋਇਸਚਰ ਦੀ ਗੱਲ ਜਿਹੜੀ ਉਹਨਾਂ ਨੇ ਲਿਖੀ ਸੀਗੀ ਉਹ ਗੱਲ ਕੀਤੀ, ਮੋਇਸਚਰ ਕੰਟੈਂਟ ਨੂੰ ਅਸੀਂ ਸੁਕਾ ਕੇ ਹੀ ਖਰੀਦਦੇ ਹਾਂ ਪਹਿਲਾਂ ਹੀ, ਤੇ ਕੋਈ ਪ੍ਰੋਬਲਮ ਆਉਣ ਵਾਲੀ ਨਹੀਂ। ਕਿਸਾਨ ਜਥੇਬੰਦੀਆਂ ਨੇ ਇੰਨਾ ਐਜੀਟੇਟ ਕਰਿਆ 2 ਦਿਨਾਂ 'ਚ, ਉਹਨਾਂ ਦਾ ਗੁੱਸਾ ਅਸਮਾਨ। ਤੇ ਮੈਨੂੰ ਲੱਗਦਾ ਆ ਜੋ ਕੱਲ੍ਹ ਸਾਡੇ CM ਸਾਹਿਬ ਨੇ ਰਿਕੁਐਸਟ ਕਰੀ ਪ੍ਰਧਾਨ ਮੰਤਰੀ ਜੀ ਸਾਹਮਣੇ, ਉਹਨਾਂ ਨੇ ਉਹਨੂੰ ਵਧੀਆ ਰਿਸਪੌਂਡ ਕਰਿਆ, ਕੱਲ੍ਹ ਤੋਂ इजाज़त दे दी प्रोक्योरमेंट करने दी। अगर सरकार ने सही नीयत से क्या करना होता तो 25 से 1 और 1 से 11 की तारीख नहीं देते। तारीख 11 की रखी सरकार ने, लेकिन बहरहाल किसान के दबाव में ही, विपक्ष के दबाव में ही ये जो सरकार ने अगर ये फैसला किया है, हम इसको प्रदेश के किसान की जीत मानते हैं। इस फैसले को ਕਿਸਾਨਾਂ ਦਾ ਸਾਰਾ ਗੁੱਸਾ ਝੋਨੇ ਦੀ ਸਰਕਾਰੀ ਖਰੀਦ ਦੇ ਵਿੱਚ ਦੇਰੀ ਦੇ ਕਾਰਨ ਸੀ। धान की खरीद हो नहीं रही थी, जिसके चलते किसानों ने प्रदर्शन किया, CM आवास का घेराव किया। उधर CM मनोहर लाल खट्टर दिल्ली पहुंच जाते हैं और अब फैसला लिया जाता है कि कल से धान की खरीद शुरू हो जाएगी। हमारे साथ किसान मौजूद हैं जो CM आवास के बाहर धरने पर बैठे थे। क्या कुछ कहना चाहेंगे? डिसीजन ले लिया है सरकार ने, अब धान की खरीद कल से शुरू हो जाएगी। किसान बहुत मजबूत है,
बार बार दिखाया है, आज भी दिखाया है। हमने इनको पहले भी कहा था कि आप इन किसानों से पंगा ना लें। 6 महीने की हमारी पकी हुई फसल है, बहुत मुश्किल से तैयार की है, तो उसकी खरीद करो। लेकिन अब ये 11 तारीख कह रहे थे, किसान ने इनको मजबूर कर दिया। आज ये कह रहे हैं कि हम सुबह ही खरीद करेंगे। ये इससे पहले अगर ये निर्णय ले लेते तो किसानों को जो आज यहाँ बैठना पड़ा, देश के किसानों को, वो ये ना बैठना पड़ता। किसानों की जीत समझते हैं या फिर सरकार के इस फैसले को आप अच्छा समझते हैं कि भले ही देर से सरकार जागी लेकिन जाग तो गई? ऐसा सरकार जागी नहीं है, ये किसान भाईचारे ने, एकता ने जगाया है। जब उनके छाती पे आके बैठे हैं तो मानने हैं, वरना नहीं मानते। तो ये जीत उनकी कैसे अच्छा मान सकते हैं उनको पहले 1 तारीख को दिया था, खरीदने का ऐलान किया था, वो खरीदनी चाहिए थी। पहले 25 बोली, वहाँ से डिक्लेयर चेंज करके 1 को बोल दिया, अब एकदम 11 को बोल दिया। 11 तक कहाँ फसल रहती है? तो ये तो किसान एकता है जो इसको डरा के कराए। तो किसान एकता है जिसके चलते ये जो सरकार ने डिसीजन है, निर्णय अपना बदला है, किसानों का ऐसा कहना है। और सीएम आवास के बाहर से अब धरना प्रदर्शन खत्म हो गया है। ਤੇ ਹੁਣ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਕਿਸਾਨਾਂ ਨੂੰ ਗੁੱਸਾ ਛੱਡ ਕੇ ਸਾਰੇ ਪ੍ਰਦਰਸ਼ਨ ਖਤਮ ਕਰ ਦੇਣੇ ਚਾਹੀਦੇ ਨੇ। ਦਿੱਲੀ ਤੋਂ ਅਭਿਸ਼ੇਕ ਆੜਾ, ਨਿਊਜ਼ 18। ਸਰਕਾਰ ਨੂੰ 48 ਘੰਟਿਆਂ ਦੇ ਵਿੱਚ ਘੱਟ ਸਮਾਂ ਲੱਗਿਆ ਆਪਣੇ ਫੈਸਲੇ ਨੂੰ ਬਦਲਣ ਦੇ ਵਿੱਚ। ਆਖਿਰ ਇਹਨਾਂ 48 ਘੰਟਿਆਂ ਦੇ ਵਿੱਚ ਕਿਸਾਨਾਂ ਨੇ ਅਜਿਹਾ ਕੀ ਕੀਤਾ? ਸਰਕਾਰ ਦੀ ਨੀਂਦ ਉੱਡ ਗਈ ਅਤੇ ਸਰਕਾਰ ਨੂੰ ਅੰਨਦਾਤਾ ਦੇ ਅੱਗੇ ਝੁਕਣ ਦੇ ਲਈ ਮਜਬੂਰ ਹੋਣਾ ਪਿਆ। ਝੋਨੇ ਦੀ ਸਰਕਾਰੀ ਖਰੀਦ ਦੀ ਤਾਰੀਖ ਬਦਲੇ ਜਾਣ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਵੀ ਫੁੱਟਿਆ। ਹਰਿਆਣਾ 'ਚ ਕਿਸਾਨਾਂ ਨੇ 1 ਅਕਤੂਬਰ ਤੋਂ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਕਰਨਾਲ 'ਚ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਉੱਤੇ ਤਾਲਾ ਜੜ ਦਿੱਤਾ ਗਿਆ ਅਤੇ ਬਾਹਰ ਗੇਟ ਤੇ ਕਿਸਾਨ ਧਰਨੇ ਤੇ ਬੈਠ ਗਏ। ਅੰਨਦਾਤਾ ਇੱਥੇ ਹੀ ਨਹੀਂ ਰੁਕਿਆ, ਸਰਕਾਰ ਦੇ ਫੈਸਲੇ ਦੇ ਖਿਲਾਫ ਵਿਰੋਧ ਸੜਕਾਂ ਤੱਕ ਪਹੁੰਚ ਗਿਆ। ਬੀਜੇਪੀ ਅਤੇ ਜੇਜੇਪੀ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਦੀ ਕੋਸ਼ਿਸ਼ ਹੋਈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਕਈ ਥਾਵਾਂ ਦੇ ਉੱਤੇ ਡਾਂਗਾਂ ਵੀ ਵਰਾਈਆਂ। ਅੰਬਾਲਾ ਦੇ ਵਿੱਚ ਕਿਸਾਨਾਂ ਨੇ ਪੁਲਿਸ ਬੈਰੀਕੇਡਿੰਗ ਤੋੜ ਦਿੱਤੀ। ਪੰਚਕੂਲਾ ਦੇ ਵਿੱਚ ਵੀ ਪੁਲਿਸ ਨੂੰ ਕਿਸਾਨਾਂ ਨੂੰ ਰੋਕਣ ਦੇ ਲਈ ਲਾਠੀਆਂ ਚਲਾਉਣੀਆਂ ਪਈਆਂ। ਕਰਨਾਲ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਖਦੇੜਨ ਦੇ ਲਈ ਵਾਟਰ ਕੈਨਨ ਦਾ ਇਸਤੇਮਾਲ ਕਰਨਾ ਪਿਆ। ਕੁਰੂਕਸ਼ੇਤਰ ਦੇ ਵਿੱਚ ਕਿਸਾਨਾਂ ਨੇ ਪੁਲਿਸ ਬੈਰੀਕੇਡਿੰਗ ਉਖਾੜ ਦਿੱਤੀ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਦਾਣਾ ਖਰੀਦਣ ਦਾ ਦਾਅਵਾ ਕਰਦੀ ਹੈ, ਪਰ ਹੁਣ ਖਰੀਦ ਕਿਉਂ ਸ਼ੁਰੂ ਨਹੀਂ ਕੀਤੀ ਗਈ? ਖਰੀਦ ਦੇ ਵਿੱਚ ਦੇਰ ਦੇ ਨਾਲ ਕਿਸਾਨਾਂ ਦੀ ਫਸਲ ਘੱਟ ਰੇਟ ਦੇ ਉੱਤੇ ਵਿਕੇਗੀ। फसल 15-20 दिन से मंडियों के अंदर आ रही है, रुड़ रही है। किसान सड़कों के ऊपर देखिए जाके अपनी धान को कैसे सुखा रहा है। मजदूरों से बुरी हालत है किसान की, और यहाँ ऐसी कगार पे खड़ा कर दिया है, ना किसान इधर के रहे ना उधर के रहे। किसानों की फसल पककर तैयार है, मंडियों में पड़ी है, तो उसका जिम्मेदार कौन होगा? किसान अपना हक मांग रहे थे और जो दुष्यंत चौटाला हैं वो क्या बोलते थे कि एमएसपी थी, अगर किसानों पर आंच आएगी तो मैं इस्तीफा दे दूंगा। तो आप आज इस्तीफा दे दिया, आपके किसानों पर आंच आ रही है। देखिए यहाँ पे आज काफ़ी लाठीचार्ज हुआ है, भारी लाठीचार्ज हुआ है। बहुत से किसानों को चोटें मारी और ख़ास तौर पे बदले की भावना से उन किसानों के ऊपर ज़्यादा लाठ बरसाया है जो यहाँ पे परमानेंट बैठते हैं, यहाँ पे आंदोलन में सबसे ज़्यादा भाग लेते हैं, उन पर ज़्यादा लाठ बरसाया है। तो उसकी हम निंदा भी करते हैं और सरकार से मांग भी करते हैं कि उसकी जाँच करें, कौन अधिकारी इसके दोषी हैं उनको सजा दें। ਕਿਸਾਨਾਂ ਦਾ ਗੁੱਸਾ ਵੀ ਜਾਇਜ਼ ਦਿਖਿਆ, ਪਰ ਪ੍ਰਦਰਸ਼ਨ ਦਾ ਇਹ ਤਰੀਕਾ ਵੀ ਕਿਤੇ ਨਾ ਕਿਤੇ ਸਵਾਲਾਂ 'ਚ ਹੈ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਦੀ ਮੰਗ ਉੱਤੇ ਕੇਂਦਰ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਜਿਹੜੇ ਇਲਾਕਿਆਂ ਵਿੱਚ ਮੀਂਹ ਜ਼ਿਆਦਾ ਪਿਆ ਉੱਥੇ ਤਾਂ ਖਰੀਦ ਦੇ ਵਿੱਚ ਦੇਰ ਦੀ ਵਜ੍ਹਾ ਸਮਝ ਆਉਂਦੀ ਹੈ, ਪਰ ਅਜਿਹੇ 'ਚ ਜਿਹੜੇ ਇਲਾਕਿਆਂ 'ਚ ਫਸਲ ਤਿਆਰ ਖੜੀ ਹੈ ਘੱਟੋ ਘੱਟ ਉੱਥੇ ਤਾਂ ਫੌਰਨ ਖਰੀਦ ਸ਼ੁਰੂ ਕੀਤੀ ਜਾਵੇ। ਬਿਊਰੋ ਰਿਪੋਰਟ, ਨਿਊਜ਼ 18।
1 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਇੱਕ ਰਾਤ ਪਹਿਲਾਂ ਕੇਂਦਰ ਨੇ ਫੈਸਲੇ ਨੂੰ ਅੰਨਦਾਤਾ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕਰ ਦਿੱਤਾ। ਦਰਅਸਲ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ, ਪਰ 30 ਸਤੰਬਰ ਦੀ ਰਾਤ ਕੇਂਦਰ ਨੇ ਇੱਕ ਫੈਸਲੇ ਦੇ ਚੱਲਦੇ ਖਰੀਦ ਨੂੰ ਰੋਕ ਦਿੱਤਾ। ਝੋਨੇ ਦੀ ਸਰਕਾਰੀ ਖਰੀਦ ਦੀ ਤਾਰੀਖ ਦੇ ਵਿੱਚ ਤਬਦੀਲੀ ਦੇ ਨਾਲ ਹੀ ਬਵਾਲ ਖੜਾ ਹੋ ਗਿਆ। ਜੋ ਖਰੀਦ ਪਹਿਲਾਂ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ, ਉਸ ਨੂੰ ਰਾਤੋਂ ਰਾਤ ਕੇਂਦਰ ਦੇ ਫਰਮਾਨ ਤੋਂ ਬਾਅਦ 10 ਅਕਤੂਬਰ ਨੂੰ ਕਰ ਦਿੱਤਾ ਗਿਆ। ਹਵਾਲਾ ਦਿੱਤਾ ਗਿਆ ਕਿ ਪੰਜਾਬ ਅਤੇ ਹਰਿਆਣਾ ਦੋਵੇਂ ਸੂਬਿਆਂ ਦੇ ਵਿੱਚ ਹਾਲ ਹੀ ਦੇ ਵਿੱਚ ਹੋਈ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਝੋਨਾ ਅਜੇ ਪੱਕਿਆ ਹੀ ਨਹੀਂ। ਅਤੇ ਨਮੀ ਦੀ ਮਾਤਰਾ ਵੱਧ ਹੈ। ਇਸ ਲਈ ਕਿਸਾਨਾਂ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਲਿਆ ਗਿਆ। ਹਾਲਾਂਕਿ ਇਹ ਵੀ ਸਾਫ਼ ਕਰ ਦਿੱਤਾ ਗਿਆ ਕਿ ਝੋਨੇ ਦੀ ਸਰਕਾਰੀ ਖਰੀਦ MSP ਦੇ ਉੱਤੇ ਹੀ ਹੋਵੇਗੀ। ਰਾਤੋਂ ਰਾਤ ਝੋਨੇ ਦੀ ਸਰਕਾਰੀ ਖਰੀਦ ਅੱਗੇ ਹੋ ਜਾਣ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਅੰਨਦਾਤਾ ਨੂੰ ਹੋਇਆ, ਕਿਉਂਕਿ ਕੇਂਦਰ ਨੇ 30 ਸਤੰਬਰ ਨੂੰ ਹੀ ਸਰਕਾਰੀ ਖਰੀਦ ਨੂੰ ਅੱਗੇ ਵਧਾਉਣ ਦਾ ਫਰਮਾਨ ਸੁਣਾਇਆ, ਜਦਕਿ ਕਿਸਾਨਾਂ ਨੇ ਪੂਰੀ ਤਿਆਰੀ ਕਰ ਲਈ ਸੀ। ਮੰਡੀ ਦੇ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਸੀ ਅਤੇ 1 ਅਕਤੂਬਰ ਤੋਂ ਕਿਸਾਨ ਝੋਨਾ ਲੈ ਕੇ ਮੰਡੀਆਂ 'ਚ ਪਹੁੰਚ ਗਏ ਸਨ। ਅੰਨਦਾਤਾ ਇਸ ਗੱਲ ਤੋਂ ਅਣਜਾਣ ਸੀ ਕਿ ਸਰਕਾਰੀ ਖਰੀਦ ਦੀ ਤਾਰੀਖ ਨੂੰ ਬਦਲ ਦਿੱਤਾ ਗਿਆ ਹੈ। दुखी हो गया उरे यार, मंडी में पानी नहीं, लाइट नहीं, हर चीज धंधे करना, आगे हम रोटी भी कर रहे। इस देश में रहना अच्छा नहीं। कोई है नकद आजाद ये ज्यादा ही हो। मेरे गेट पास कट रहा 400 क्विंटल का, मतलब ये खरीद हो जाती है, मैं दुखी नहीं हूँ, मतलब बहुत परेशान हो गया हूँ जी, दिन कटवा गए। अब खुद रखवाली करनी पड़ रही है। यहाँ पूरी रात पशुओं की रखवाली कर रहे हैं। ये कह रहे हैं गवारा पशुओं को रोकेंगे, फलाना करेंगे, ना रखो पशुओं पर रोक, किसी भी नहीं, हर वाला तो बुरे हो रहे हैं। हिंदुस्तान आज़ाद नहीं है, हिंदुस्तान आज भी गुलामी की जंजीरों में जकड़ा है। इंडिया एंड पाकिस्तान बोथ द स्टेट आर द डोमिनेंट स्टेट। इंडिया एंड पाकिस्तान बोथ द स्टेट आर द डोमिनेंट स्टेट। हम आज भी इंग्लैंड की महारानी के दिन तेराम आज़ाद नहीं है, भारत आज़ाद नहीं है। आज़ाद होता दिया जीरी बिकती किसानों की। मैंने 1 हफ्ते हो गया मंडी में आए ना, 1 हफ्ते और 11 दिन और 20 दिन कोई चोरी कर लो घर में, हैं घर सुनना, खेत सुनना, पशु सुनने, यहाँ बैठे रहो सारा दिन रात। 300 गाँव आया, 300 गाँव सारे रहते 1 मिनट नहीं सोए। ਜੋ ਕਿਸਾਨ ਆਪਣੀ ਫਸਲ ਨੂੰ ਕੱਟ ਕੇ ਮੰਡੀਆਂ ਦੇ ਵਿੱਚ ਲੈ ਕੇ ਆ ਚੁੱਕੇ ਨੇ, ਹੁਣ ਉਹਨਾਂ ਦੀ ਫਸਲ ਦਾ ਖਿਆਲ ਕੌਣ ਰੱਖੇਗਾ? ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਅਤੇ ਧਰਤੀ ਪੁੱਤਰ ਉਸੇ ਸਰਕਾਰ ਤੋਂ ਸਵਾਲ ਕਰ ਰਿਹਾ ਹੈ ਕਿ ਇਸ ਤਰ੍ਹਾਂ ਕਿਵੇਂ ਆਮਦਨ ਦੁੱਗਣੀ ਹੋਵੇਗੀ। ਬਿਊਰੋ ਰਿਪੋਰਟ, ਨਿਊਜ਼ 18। ਸੋ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸੀ। ਮੈਨੂੰ ਯਾਰੀ ਗੁਰਜੋਤ ਸੰਧੂ ਨੂੰ ਦਿਓ ਇਜਾਜ਼ਤ। ਧੰਨਵਾਦ।